ਸੋ ਹੈਲੋ ਗਾਇਸ ਵੈਲਕਮ ਬੈਕ। ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਰਿਕਰੂਟਮੈਂਟ ਆਈ ਹੈ PSPCL ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ। ਸੋ ਅੱਜ ਆਪਾਂ ਮੇਨ ਚੀਜ਼ਾਂ ਦੇਖਾਂਗੇ ਇਸ ਪੂਰੀ ਰਿਕਰੂਟਮੈਂਟ ਦੇ ਬਾਰੇ। ਫਸਟ ਡੇਟ ਕਿੰਨੀ ਹੈ ਐਂਡ ਲਾਸਟ ਡੇਟ ਕਿੰਨੀ ਹੈ, ਇਸ ਦੇ ਅੰਡਰ ਕਿਹੜੀ ਪੋਸਟ ਹੈ ਐਂਡ ਕਿੰਨੀਆਂ ਪੋਸਟ ਹਨ, ਕੈਟੇਗਰੀ ਵਾਈਜ਼ ਸਾਰੀਆਂ ਪੋਸਟ ਦੀ ਕੀ ਕੁਆਲੀਫਿਕੇਸ਼ਨ ਹੈ, ਇਸ ਦੇ ਲਈ ਕੀ ਏਜ ਲਿਮਿਟ ਹੋਏਗੀ, ਇਸ ਦਾ ਕੀ ਐਗਜ਼ਾਮ ਪੈਟਰਨ ਹੋਏਗਾ, ਉਹ ਕਿਹੜੇ ਪੇਪਰ ਹਨ ਜਿਨ੍ਹਾਂ ਲਈ ਇੱਕ ਪੇਪਰ ਹੋਏਗਾ ਐਂਡ ਕਿਹਨਾਂ ਲਈ ਦੋ ਪੇਪਰ ਹੋਣਗੇ, ਐਂਡ ਟਾਈਪਿੰਗ ਟੈਸਟ ਜਿਹੜਾ ਹੈ ਉਹ ਹੋਏਗਾ ਜਾਂ ਨਹੀਂ ਹੋਏਗਾ, ਐਂਡ ਲਾਸਟ ਤੇ ਇਸ ਦੀ ਕੀ ਐਪਲੀਕੇਸ਼ਨ ਫੀਸ ਹੋਏਗੀ। ਸੋ ਆਪਾਂ ਇਸ ਪੂਰੀ ਵੀਡੀਓ ਦੇ ਵਿੱਚ ਇਹਨਾਂ ਸਭ ਚੀਜ਼ਾਂ ਬਾਰੇ ਦੇਖਾਂਗੇ। ਜੇ ਤੁਹਾਨੂੰ ਇਹਦੇ ਬਾਰੇ ਨਹੀਂ ਪਤਾ ਤਾਂ ਵੀਡੀਓ ਨੂੰ ਲਾਸਟ ਤੱਕ ਦੇਖੋ ਐਂਡ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਦੋ ਤਰੀਕੇ ਦੀਆਂ ਪੋਸਟ ਹਨ। ਫਸਟ ਹੈ ਟੈਕਨੀਕਲ ਐਂਡ ਸੈਕੰਡ ਹੈ ਨਾਨ ਟੈਕਨੀਕਲ। ਨਾਨ ਟੈਕਨੀਕਲ ਦੇ ਵਿੱਚ ਆਏਗੀ ਰੈਵਨਿਊ ਅਕਾਊਂਟੈਂਟ ਦੀ ਪੋਸਟ ਐਂਡ ਕਲਰਕ ਦੀ ਪੋਸਟ। ਐਂਡ ਜੇ ਅਸੀਂ ਗੱਲ ਕਰਦੇ ਹਾਂ ਟੈਕਨੀਕਲ ਦੇ ਬਾਰੇ ਤਾਂ ਉਹਦੇ ਵਿੱਚ ਆਏਗੀ JE ਜੂਨੀਅਰ ਇੰਜੀਨੀਅਰ, ਅਸਿਸਟੈਂਟ ਲਾਈਨਮੈਨ ਦੀ, ਜਿਹਨੂੰ ਅਸੀਂ ALM ਵੀ ਕਹਿ ਦਿੰਦੇ ਹਾਂ, ਐਂਡ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਦੀ, ਜਿਹਨੂੰ ਅਸੀਂ ASSA ਵੀ ਕਹਾਂਗੇ। ਫਸਟ ਡੇਟ ਹੈ ਐਪਲੀਕੇਸ਼ਨ ਨੂੰ ਫਿਲ ਕਰਨ ਦੀ 31 ਮਈ ਐਂਡ ਲਾਸਟ ਡੇਟ ਹੈ 20 ਜੂਨ। ਐਂਡ ਜੇ ਅਸੀਂ ਗੱਲ ਕਰੀਏ ਆਨਲਾਈਨ ਐਪਲੀਕੇਸ਼ਨ ਫੀਸ ਪੇ ਕਰਨ ਦੀ ਤਾਂ ਇਹਦੀ ਲਾਸਟ ਡੇਟ ਹੋਏਗੀ 2 ਜੁਲਾਈ। ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੋਸਟ ਦੇ ਬਾਰੇ। ਸੋ ਫਸਟ ਆਪਾਂ ਦੇਖਦੇ ਹਾਂ ਨਾਨ ਟੈਕਨੀਕਲ ਪੋਸਟ ਬਾਰੇ। ਸੋ ਜੇ ਆਪਾਂ ਗੱਲ ਕਰੀਏ ਤਾਂ ਨਾਨ ਟੈਕਨੀਕਲ ਦੇ ਵਿੱਚ ਆਪਾਂ ਗੱਲ ਕੀਤੀ ਸੀ ਰੈਵਨਿਊ ਅਕਾਊਂਟੈਂਟ ਦੀ ਪੋਸਟ ਹੈ, ਜਿਹਦੇ ਵਿੱਚ ਜਨਰਲ ਦੀਆਂ 12 ਪੋਸਟਾਂ ਹਨ ਐਂਡ ਉਹਦੇ ਵਿੱਚੋਂ ਗਰਲਸ ਦੀ ਪੋਸਟਾਂ ਹਨ 3। ਐਂਡ ਨੈਕਸਟ SCMZB ਦੀਆਂ 2 ਪੋਸਟਾਂ ਹਨ, ਜਿਹਦੇ ਵਿੱਚੋਂ ਗਰਲਸ ਦੀ ਪੋਸਟ ਹੈ 1। ਐਂਡ ਨੈਕਸਟ ਕਲਰਕ ਦੀਆਂ ਪੋਸਟਾਂ ਹਨ 214, ਜਿਹਦੇ ਵਿੱਚੋਂ ਗਰਲਸ ਦੀਆਂ ਹਨ 60। ਇਕਨੋਮਿਕ ਵੀਕਰ ਸੈਕਸ਼ਨ ਦੀਆਂ 55 ਪੋਸਟਾਂ ਹਨ, ਜਿਹਦੇ ਵਿੱਚੋਂ ਗਰਲਸ ਦੀਆਂ ਹਨ 18। SCMZB ਦੀਆਂ 55 ਹਨ, ਵਿੱਚੋਂ ਗਰਲਸ ਦੀਆਂ ਹਨ 21। ਐਂਡ ਨੈਕਸਟ SC ਕੈਟੇਗਰੀਜ਼ ਦੀਆਂ ਇਹ ਪੋਸਟਾਂ ਹਨ, ਵਿੱਚੋਂ ਰਿਜ਼ਰਵ ਹੋਣਗੀਆਂ ਇਹ ਗਰਲਸ ਦੀਆਂ ਪੋਸਟਾਂ। ਬਾਕੀ ਸਭ SC BC ਸਪੋਰਟਸ ਪਰਸਨ ਐਕਸ ਸਰਵਿਸਮੈਨ ਸਭ ਕੈਟੇਗਰੀਜ਼ ਨੂੰ ਮਿਲਾ ਕੇ ਜੋ ਅਕਾਊਂਟੈਂਟ ਰੈਵਨਿਊ ਦੀ ਟੋਟਲ ਪੋਸਟਾਂ ਹਨ ਉਹ ਹਨ 18 ਐਂਡ ਉਹਦੇ ਵਿੱਚੋਂ 6 ਰਿਜ਼ਰਵ ਹਨ ਫॉर ਗਰਲਸ। ਐਂਡ ਜੇ ਅਸੀਂ ਗੱਲ ਕਰੀ ਕਲਰਕ ਦੇ ਬਾਰੇ ਤਾਂ ਟੋਟਲ ਪੋਸਟਾਂ ਹਨ 549 ਐਂਡ ਵਿੱਚੋਂ ਗਰਲਸ ਦੀਆਂ ਹਨ 186 186। ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਹਾਂ ਟੈਕਨੀਕਲ ਪੋਸਟਾਂ ਦੇ ਬਾਰੇ। ਸੋ ਇਹਦੇ ਵਿੱਚ JE ਦੀਆਂ ਪੋਸਟਾਂ ਹਨ 30, ਜਿਹਦੇ ਵਿੱਚੋਂ ਗਰਲਸ ਦੀਆਂ ਹਨ 9 ਆਫ ਜਨਰਲ ਕੈਟੇਗਰੀ। ਐਂਡ ELM ਦੀਆਂ 663 ਪੋਸਟਾਂ ਹਨ, ਜਿਹਦੇ ਵਿੱਚ ਗਰਲਸ ਦੀ ਕੋਈ ਵੀ ਰਿਜ਼ਰਵ ਪੋਸਟ ਨਹੀਂ ਹੈ। ਐਂਡ ASSA ਦੇ ਵਿੱਚ 112 ਪੋਸਟਾਂ ਹਨ ਟੋਟਲ। JE ਜੂਨੀਅਰ ਇੰਜੀਨੀਅਰ ਦੇ ਲਈ ਗਰਲਸ ਦੀਆਂ ਪੋਸਟ ਰਿਜ਼ਰਵ ਹਨ, ਬਟ ALM ਐਂਡ ASSA ਦੋਨਾਂ ਦੇ ਲਈ ਗਰਲਸ ਦੇ ਲਈ ਕੋਈ ਵੀ ਰਿਜ਼ਰਵ ਪੋਸਟ ਨਹੀਂ ਹੈ। ਇਸ ਦੇ ਵਿੱਚ ਵੀ ਬਾਕੀ ਦੀਆਂ ਸਭ ਕੈਟੇਗਰੀਜ਼ ਨੂੰ ਮਿਲਾ ਕੇ ਜੂਨੀਅਰ ਇੰਜੀਨੀਅਰ ਦੇ ਟੋਟਲ ਪੋਸਟਾਂ ਹਨ 75, ਜਿਹਦੇ ਵਿੱਚੋਂ ਗਰਲਸ ਦੇ ਲਈ 25 ਰਿਜ਼ਰਵ ਹਨ। ਐਂਡ ALM ਦੀਆਂ ਪੋਸਟਾਂ ਹਨ 1700 1700, ਬਟ ਇਹਦੇ ਵਿੱਚ ਗਰਲਸ ਦੀ ਕੋਈ ਪੋਸਟ ਰਿਜ਼ਰਵ ਨਹੀਂ ਹੈ। ਐਂਡ ASS ਦੇ ਲਈ 290 290 ਪੋਸਟਾਂ ਹਨ ਐਂਡ ਅਗੇਨ ਇਹਦੇ ਲਈ ਕੋਈ ਵੀ ਗਰਲਸ ਦੀ ਪੋਸਟ ਰਿਜ਼ਰਵ ਨਹੀਂ ਹੋਏਗੀ। ਐਂਡ ਨੈਕਸਟ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਇੰਪੋਰਟੈਂਟ ਦੱਸ ਦੇਵਾਂ, ਜਿਹੜੀ ਵੀ ਰਿਜ਼ਰਵ ਕੈਟੇਗਰੀਜ਼ ਹਨ ਉਹਦਾ ਜਿਹੜਾ ਬੈਨੀਫਿਟ ਹੈ ਉਹ ਸਿਰਫ ਪੰਜਾਬ ਡੋਮਿਸਾਈਲ ਨੂੰ ਹੀ ਮਿਲੇਗਾ। ਮਤਲਬ ਪੰਜਾਬ ਦੇ ਨਿਵਾਸੀਆਂ ਨੂੰ ਹੀ ਰਿਜ਼ਰਵ ਕੈਟੇਗਰੀਜ਼ ਦੇ ਵਿੱਚ ਅਪਲਾਈ ਕਰਨ ਦਾ ਮੌਕਾ ਮਿਲੇਗਾ, ਹੋਰ ਬਾਕੀ ਸਟੇਟਸ ਦੇ ਲੋਕ ਇਹਦੇ ਵਿੱਚ ਅਪਲਾਈ ਨਹੀਂ ਕਰ ਪਾਉਣਗੇ। ਸੋ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਪੋਸਟ ਦੇ ਲਈ ਰਿਕੁਆਇਰਡ ਕੁਆਲੀਫਿਕੇਸ਼ਨਸ ਦੀ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਨਾਨ ਟੈਕਨੀਕਲ ਪੋਸਟ ਦੇ ਵਿੱਚ ਅਕਾਊਂਟੈਂਟ ਰੈਵਨਿਊ ਦੀ, ਜਿਹਦੇ ਵਿੱਚ ਤੁਹਾਡੇ ਕੋਲ ਫੁੱਲ ਟਾਈਮ ਰੈਗੂਲਰ BCom ਹੋਣੀ ਚਾਹੀਦੀ ਹੈ ਮਿਨੀਮਮ 60% ਮਾਰਕਸ ਦੇ ਨਾਲ, ਜਾਂ ਫਿਰ ਫੁੱਲ ਟਾਈਮ ਰੈਗੂਲਰ MCom ਵਿਦ ਮਿਨੀਮਮ 50% ਮਾਰਕਸ, ਜਾਂ ਫਿਰ CA ਇੰਟਰ ਜਾਂ ਫਿਰ ICWAI ਇੰਟਰ ਹੋਣਾ ਤੁਹਾਡੇ ਕੋਲ ਜ਼ਰੂਰੀ ਹੈ। ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਹਾਂ ਕਲਰਕ ਦੀ। ਇਹਦੇ ਲਈ ਤੁਹਾਡੇ ਕੋਲ ਕੋਈ ਵੀ ਬੈਚਲਰ ਡਿਗਰੀ ਹੋਵੇ ਕਿਸੇ ਵੀ ਰਿਕੋਗਨਾਈਜ਼ਡ ਇੰਸਟੀਚਿਊਟ ਜਾਂ ਫਿਰ ਯੂਨੀਵਰਸਿਟੀ ਤੋਂ ਤਾਂ ਤੁਸੀਂ ਇਹਨੂੰ ਫਿਲ ਕਰ ਸਕਦੇ ਹੋ। ਮਤਲਬ ਕਲਰਕ ਦੇ ਪੋਸਟ ਦੇ ਲਈ ਤੁਸੀਂ ਕੋਈ ਵੀ ਡਿਗਰੀ ਕੀਤੀ ਹੋਵੇ, ਚਾਹੇ ਉਹ BCom ਹੈ, BA ਹੈ, BSc ਹੈ, BTech, ਐਗਰੀਕਲਚਰ, ਹੋਟਲ ਮੈਨੇਜਮੈਂਟ, ਕੋਈ ਵੀ ਤੁਸੀਂ ਡਿਗਰੀ ਕੀਤੀ ਹੋਏਗੀ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਜਾਂ ਇੰਸਟੀਚਿਊਟ ਤੋਂ ਤਾਂ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ। ਐਂਡ ਇਹਦੇ ਲਈ ਤੁਹਾਡੇ ਕੋਲ 120 ਆਵਰਸ ਮਤਲਬ 120 ਘੰਟਿਆਂ ਦਾ ਕੰਪਿਊਟਰ ਕੋਰਸ ਚਾਹੀਦਾ ਹੈ, ਜੋ ਕਿ ISO 9001 ਸਰਟੀਫਾਈਡ ਹੋਵੇ, ਜਾਂ ਫਿਰ ਤੁਹਾਡੇ ਕੋਲ O ਲੈਵਲ ਦਾ ਕੰਪਿਊਟਰ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਐਂਡ ਇਸ ਦੇ ਨਾਲ ਸਭ ਤੋਂ ਇੰਪੋਰਟੈਂਟ ਚੀਜ਼, ਤੁਸੀਂ ਪੰਜਾਬੀ ਪਾਸ ਹੋਣੇ ਚਾਹੀਦੇ ਹੋ ਮੈਟ੍ਰਿਕ ਲੈਵਲ ਦੇ ਵਿੱਚ। ਐਂਡ ਨੈਕਸਟ ਚੀਜ਼ ਜਿਹਦੇ ਵਿੱਚ ਹਰ ਕੋਈ ਬਹੁਤ ਕਨਫਿਊਜ਼ ਹੁੰਦਾ ਹੈ ਉਹ ਹੁੰਦੀ ਹੈ ਟਾਈਪਿੰਗ ਟੈਸਟ। ਪੰਜਾਬੀ ਐਂਡ ਇੰਗਲਿਸ਼ ਦੋਨਾਂ ਦਾ ਤੁਹਾਡਾ ਟਾਈਪਿੰਗ ਟੈਸਟ ਹੋਏਗਾ, ਬਟ ਇਹ ਟੈਸਟ ਤੁਸੀਂ ਜੌਬ ਲੈਣ ਤੋਂ ਬਾਅਦ ਆਪਣੇ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ ਵੀ ਪਾਸ ਕਰ ਸਕਦੇ ਹੋ। ਸੋ ਤੁਹਾਨੂੰ ਟਾਈਪਿੰਗ ਟੈਸਟ ਦੀ ਫਿਲਹਾਲ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ। ਤੁਸੀਂ ਆਪਣੇ ਐਗਜ਼ਾਮ ਵੱਲ ਫੋਕਸ ਕਰੋ ਐਂਡ ਜਦੋਂ ਤੁਹਾਨੂੰ ਜੌਬ ਮਿਲ ਜਾਏਗੀ ਤਾਂ ਉਦੋਂ ਤੁਹਾਡੇ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ
ਤੁਸੀਂ ਆਪਣੇ ਇੰਗਲਿਸ਼ ਐਂਡ ਪੰਜਾਬੀ ਦੇ ਟਾਈਪਿੰਗ ਟੈਸਟ ਨੂੰ ਕਲੀਅਰ ਕਰ ਸਕਦੇ ਹੋ। ਸੋ ਫਿਲਹਾਲ ਦੇ ਲਈ ਤੁਹਾਡਾ ਇੱਕ ਹੀ ਫੋਕਸ ਹੋਣਾ ਚਾਹੀਦਾ ਹੈ, ਉਹ ਹੈ ਤੁਹਾਡਾ ਰਿਟਨ ਐਗਜ਼ਾਮੀਨੇਸ਼ਨ। ਸੋ ਨੈਕਸਟ ਹੁਣ ਅਸੀਂ ਗੱਲ ਕਰਦੇ ਹਾਂ ਟੈਕਨੀਕਲ ਪੋਸਟ ਦੇ ਲਈ। ਫਸਟ ਆਪਣੇ ਕੋਲ ਜੂਨੀਅਰ ਇੰਜੀਨੀਅਰ, ਇਹਦੇ ਲਈ ਤੁਹਾਡੇ ਕੋਲ ਫੁੱਲ ਟਾਈਮ ਰੈਗੂਲਰ 3 ਜਾਂ 4 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ ਇਲੈਕਟ੍ਰੀਕਲ ਜਾਂ ਫਿਰ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਵਿੱਚ ਵਿਦ ਮਿਨੀਮਮ 60% ਮਾਰਕਸ, ਜਾਂ ਫਿਰ ਤੁਹਾਡੇ ਕੋਲ BE BTech BSc ਇੰਜੀਨੀਅਰਿੰਗ ਇਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਚਾਹੀਦੀ ਹੈ ਵਿਦ ਮਿਨੀਮਮ 50% ਮਾਰਕਸ। ਅਸਿਸਟੈਂਟ ਲਾਈਨਮੈਨ ਦੇ ਲਈ ਤੁਹਾਡੇ ਕੋਲ ਮੈਟ੍ਰਿਕ ਹੋਣੀ ਜ਼ਰੂਰੀ ਹੈ ਐਂਡ ਤੁਹਾਡੇ ਕੋਲ NAC ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਲਾਈਨਮੈਨ ਟੇਬਲ ਦੇ ਵਿੱਚ। ਨੈਕਸਟ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਦੇ ਲਈ ਤੁਹਾਡੇ ਕੋਲ ਫੁੱਲ ਟਾਈਮ ਰੈਗੂਲਰ ਕੋਰਸ ਹੋਣਾ ਚਾਹੀਦਾ ਹੈ ITI ਇਲੈਕਟ੍ਰੀਕਲ ਇਲੈਕਟ੍ਰੋਨਿਕ ਜਾਂ ਫਿਰ ਵਾਇਰਮੈਨ ਵਿਦ ਮਿਨੀਮਮ 60% ਮਾਰਕਸ, ਜਾਂ ਫਿਰ ਤੁਹਾਡੇ ਕੋਲ ਫੁੱਲ ਟਾਈਮ ਰੈਗੂਲਰ ਡਿਪਲੋਮਾ ਹੋਵੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਦ ਮਿਨੀਮਮ 60% ਮਾਰਕਸ, ਜਾਂ ਫਿਰ ਫੁੱਲ ਟਾਈਮ ਰੈਗੂਲਰ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨਸ with 60% marks, या फिर full time regular diploma in instrumentation and process control with 60% marks। सो उस ਤੋਂ ਬਾਅਦ ਨੈਕਸਟ ਜੇ ਅਸੀਂ ਗੱਲ ਕਰੀਏ ਏਜ ਲਿਮਿਟ ਦੇ ਬਾਰੇ। ਸੋ ਇਹਦੀ ਜਿਹੜੀ ਏਜ ਲਿਮਿਟ ਹੈ ਉਹ ਹੈ 18 ਸਾਲ ਤੋਂ ਲੈ ਕੇ 37 ਸਾਲ ਤੱਕ, ਮਤਲਬ 18 ਤੋਂ ਲੈ ਕੇ 37 ਏਜ ਤੱਕ ਕੋਈ ਵੀ ਇਹਨੂੰ ਅਪਲਾਈ ਕਰ ਸਕਦਾ ਹੈ। ਪਰ ਕੁਝ ਕੈਟਾਗਰੀਜ਼ ਨੂੰ ਇਹਦੇ ਵਿੱਚ ਰਿਲੈਕਸੇਸ਼ਨ ਮਿਲਦੀ ਹੈ, ਜਿਵੇਂ ਕਿ ਅਸੀਂ ਗੱਲ ਕਰੀਏ SC ਐਂਡ BC ਕੈਟਾਗਰੀ ਦੇ ਬੱਚਿਆਂ ਨੂੰ 5 ਸਾਲ ਦੀ ਰਿਲੈਕਸੇਸ਼ਨ ਮਿਲੇਗੀ, ਐਕਸ ਸਰਵਿਸਮੈਨ ਐਂਡ ਪਰਸਨ ਵਿਦ ਡਿਸੇਬਿਲਿਟੀ ਵਾਲੇ ਬੱਚਿਆਂ ਨੂੰ 10 ਸਾਲ ਤੱਕ ਦੀ ਰਿਲੈਕਸੇਸ਼ਨ ਮਿਲੇਗੀ। ਸੋ ਹੁਣ ਆਪਾਂ ਗੱਲ ਕਰਦੇ ਹਾਂ ਸਭ ਤੋਂ ਇੰਪੋਰਟੈਂਟ ਪਾਰਟ ਦੇ ਬਾਰੇ। ਸਭ ਪੋਸਟਾਂ ਦੇ ਲਈ ਜਿਹੜਾ ਐਗਜ਼ਾਮ ਹੋਏਗਾ ਉਹ 100 ਮਾਰਕਸ ਦਾ ਆਬਜੈਕਟਿਵ ਐਗਜ਼ਾਮ ਹੋਏਗਾ, ਪਰ ਡਿਫਰੈਂਟ ਪੋਸਟ ਦੇ ਲਈ ਡਿਫਰੈਂਟ ਐਗਜ਼ਾਮ ਪੈਟਰਨ ਹੋਏਗਾ। ਜਿਵੇਂ ਆਪਾਂ ਗੱਲ ਕਰੀਏ ਰੈਵਨਿਊ ਅਕਾਊਂਟੈਂਟ ਦਾ ਜਿਹੜਾ ਐਗਜ਼ਾਮ ਹੋਏਗਾ ਉਹਦੇ ਵਿੱਚ ਫਾਈਨਾਂਸ ਐਂਡ ਅਕਾਊਂਟਸ ਦੇ 70 ਕੁਐਸਚਨ ਆਣਗੇ ਐਂਡ GK ਜਨਰਲ ਨੌਲੇਜ ਦੇ 10 ਕੁਐਸਚਨ ਆਣਗੇ, ਰੀਜ਼ਨਿੰਗ ਐਂਡ ਐਪਟੀਟਿਊਡ ਦੇ ਆਣਗੇ 10 ਕੁਐਸਚਨ ਐਂਡ ਜਨਰਲ ਇੰਗਲਿਸ਼ ਦੇ ਵੀ ਆਣਗੇ 10 ਕੁਐਸਚਨ। ਸੋ ਟੋਟਲ ਇਹ ਬਣਦਾ ਹੈ 100 ਕੁਐਸਚਨਸ। ਸੈਕੰਡ ਪੋਸਟ ਕਲਰਕ ਦੇ ਲਈ 20 ਕੁਐਸਚਨ ਆਣਗੇ ਆਪਣੇ GK ਕਰੰਟ ਅਫੇਅਰ ਐਂਡ ਸਟੈਟਿਕ GK ਦੇ ਵਿੱਚੋਂ, 10 ਕੁਐਸਚਨ ਹੋਣਗੇ ਕੰਪਿਊਟਰ ਦੇ, 25 ਕੁਐਸਚਨ ਹੋਣਗੇ ਆਪਣੇ ਕੋਲ ਲੌਜੀਕਲ ਰੀਜ਼ਨਿੰਗ ਕੁਆਂਟੀਟਿਵ ਐਪਟੀਟਿਊਡ ਦੇ ਐਂਡ 25 ਕੁਐਸਚਨ ਹੀ ਆਣਗੇ ਨੂਮੈਰੀਕਲ ਐਪਟੀਟਿਊਡ ਦੇ, ਜਨਰਲ ਇੰਗਲਿਸ਼ ਦੇ ਹੋਣਗੇ 20 ਕੁਐਸਚਨ। ਇਸ ਦੇ ਵੀ ਆਪਣੇ ਕੋਲ ਟੋਟਲ ਨੰਬਰ ਆਫ ਕੁਐਸਚਨ ਬਣਦੇ ਹਨ 100। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਪਣੇ ਟੈਕਨੀਕਲ ਪੋਸਟ ਦੇ ਲਈ ਜਿਹੜਾ ਉਹਦੇ ਲਈ ਇੱਕ ਹੀ ਐਗਜ਼ਾਮ ਹੋਏਗਾ। 70 ਕੁਐਸਚਨ ਜੋ ਹੋਣਗੇ ਉਹ ਆਪਣੇ ਫੀਲਡ ਨਾਲ ਰਿਲੇਟਡ ਹੋਣਗੇ, 10 ਕੁਐਸਚਨ ਆਣਗੇ GK ਦੇ, 10 ਕੁਐਸਚਨ ਰੀਜ਼ਨਿੰਗ ਐਂਡ 10 ਕੁਐਸਚਨ ਆਪਣੇ ਆਉਣਗੇ ਇੰਗਲਿਸ਼ ਦੇ। ਐਟ ਦਾ ਐਂਡ ਇਹ ਵੀ ਆਪਣੇ ਕੋਲ ਬਣਦਾ ਹੈ 100 ਕੁਐਸਚਨਸ। ਇਸ ਪੋਸਟ ਦੇ ਲਈ ਆਪਣੇ ਜਿਹੜੇ ਐਗਜ਼ਾਮ ਹੋਣਗੇ ਉਹ ਹੋਣਗੇ ਆਨਲਾਈਨ ਐਗਜ਼ਾਮੀਨੇਸ਼ਨ ਐਂਡ ਰੈਵਨਿਊ ਅਕਾਊਂਟੈਂਟ, ਅਸਿਸਟੈਂਟ ਲਾਈਨਮੈਨ ਐਂਡ ਅਸਿਸਟੈਂਟ ਸਬ ਸਟੇਸ਼ਨ ਅਟੈਂਡੈਂਟ ਦੇ ਲਈ ਇੱਕ ਹੀ ਐਗਜ਼ਾਮ ਹੋਏਗਾ, ਬਟ ਕਲੈਰੀਕਲ ਐਂਡ ਜੂਨੀਅਰ ਇੰਜੀਨੀਅਰ ਦੇ ਲਈ 2 ਐਗਜ਼ਾਮ ਹੋਣਗੇ। ਫਸਟ ਸਬ ਦਾ ਫੇਸ 1 ਹੋਏਗਾ ਪ੍ਰੀ ਐਗਜ਼ਾਮ, ਜਿਹਦੇ ਵਿੱਚੋਂ ਟੋਟਲ ਨੰਬਰ ਆਫ ਪੋਸਟ ਤੇ 4 ਟਾਈਮ ਸਟੂਡੈਂਟ ਬੁਲਾਏ ਜਾਣਗੇ ਮੇਨਸ ਦੇ ਲਈ। ਸੋ ਇੱਕ ਚੀਜ਼ ਉਹਦੇ ਵਿੱਚ ਐਡ ਕੀਤੀ ਗਈ ਹੈ ਉਹ ਹੈ ਮਿਨੀਮਮ ਕੁਆਲੀਫਾਈਂਗ ਮਾਰਕਸ। ਜਨਰਲ ਕੈਟਾਗਰੀ ਦੇ ਲਈ ਇਹ ਹੋਏਗਾ 45 ਮਾਰਕਸ ਐਂਡ ਰਿਜ਼ਰਵ ਕੈਟਾਗਰੀ ਦੇ ਲਈ ਇਹ ਹੋਏਗਾ 35 ਮਾਰਕਸ। ਸੋ ਮਿਨੀਮਮ ਇੰਨੇ ਮਾਰਕਸ ਹਰ ਇੱਕ ਬੱਚੇ ਨੂੰ ਲੈਣੇ ਪੈਣਗੇ ਕੁਆਲੀਫਾਈ ਹੋਣ ਲਈ। ਸੋ ਨੈਕਸਟ ਚੀਜ਼ ਜਿਹਦੇ ਵਿੱਚ ਬਹੁਤ ਸਾਰੇ ਬੱਚੇ ਕਨਫਿਊਜ਼ ਹੁੰਦੇ ਹਨ ਕਿ ਇਹਨਾਂ ਐਗਜ਼ਾਮਸ ਦੇ ਲਈ ਨੈਗੇਟਿਵ ਮਾਰਕਿੰਗ ਹੋਏਗੀ ਜਾਂ ਨਹੀਂ ਹੋਏਗੀ। ਸੋ ਤੁਹਾਨੂੰ ਦੱਸ ਦਈਏ ਯੈਸ ਇਹਨਾਂ ਐਗਜ਼ਾਮ ਦੇ ਵਿੱਚ ਨੈਗੇਟਿਵ ਮਾਰਕਿੰਗ ਹੋਏਗੀ 1/4 ਯਾਨੀ ਕਿ 0.025 ਦੀ ਨੈਗੇਟਿਵ ਮਾਰਕਿੰਗ ਇਹਨਾਂ ਐਗਜ਼ਾਮ ਦੇ ਵਿੱਚ ਹੋਏਗੀ। ਸੋ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਐਪਲੀਕੇਸ਼ਨ ਫੀ ਦੇ ਬਾਰੇ। ਸੋ ਇਹਨਾਂ ਪੋਸਟ ਦੇ ਲਈ ਜਿਹੜੀ ਐਪਲੀਕੇਸ਼ਨ ਆਪਣੀ ਫੀਸ ਹੋਏਗੀ ਉਹ ਹੋਏਗੀ 944 ਰੁਪੀਸ ਆਨਲਾਈਨ ਦੇ ਲਈ, ਐਂਡ ਜੇ ਤੁਸੀਂ ਬੈਂਕ ਦੇ ਥਰੂ ਪੇਮੈਂਟ ਕਰੋਗੇ ਤਾਂ ਉਹਦੇ ਵੀ ਕੁਝ ਚਾਰजेस ਹੋ ਸਕਦੇ ਹਨ। ਐਸੀ ਕੈਟਾਗਰੀ ਦੇ ਲਈ ਜੋ ਫੀਸ ਹੈ ਉਹ ਹੈਗੀ ਹੈ 590 ਮਤਲਬ 590 ਰੁਪਏ, ਐਂਡ ਪਰਸਨ ਵਿਦ ਡਿਸੇਬਿਲਿਟੀ ਦੇ ਲਈ ਵੀ 590 ਰੁਪਏ ਹੀ ਫੀਸ ਹੋਏਗੀ। ਸੋ ਇਹ ਸੀ ਪੂਰੀ ਜਾਣਕਾਰੀ PSPCL ਰਿਕਰੂਟਮੈਂਟ 2021 ਦੇ ਬਾਰੇ। ਆਈ ਹੋਪ ਤੁਹਾਡੇ ਇਸ ਦੇ ਬਾਰੇ ਸਾਰੇ ਡਾਊਟ ਕਲੀਅਰ ਹੋ ਗਏ ਹੋਣਗੇ। ਜੇ ਹਾਲੇ ਵੀ ਤੁਹਾਡੇ ਮਨ ਦੇ ਵਿੱਚ ਇਸ ਦੇ ਬਾਰੇ ਕੋਈ ਡਾਊਟ ਹੈ ਜਾਂ ਕੋਈ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ। ਬਾਕੀ ਤੁਹਾਨੂੰ ਇਸ ਐਗਜ਼ਾਮ ਦੇ ਲਈ ਜਾਂ ਫਿਰ ਕਿਸੇ ਵੀ ਸਰਕਾਰੀ ਐਗਜ਼ਾਮ ਦੇ ਲਈ ਕੋਈ ਵੀ ਤੁਹਾਡੇ ਮਨ 'ਚ ਕੁਐਸਚਨ ਹੋਵੇ, ਕੋਈ ਵੀ ਕੁਐਰੀ ਹੋਵੇ ਤਾਂ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਤੁਹਾਨੂੰ ਮੇਰੇ ਟੈਲੀਗ੍ਰਾਮ ਗਰੁੱਪ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਤੁਹਾਡਾ ਵੀ ਜੇ ਕੋਈ ਡਾਊਟ ਹੈ ਮੈਥ, ਰੀਜ਼ਨਿੰਗ, GK, ਇੰਗਲਿਸ਼, ਪੰਜਾਬੀ ਜਾਂ ਕਿਸੇ ਵੀ ਸਬਜੈਕਟ ਨੂੰ ਲੈ ਕੇ ਤਾਂ ਤੁਸੀਂ ਉਸ ਦੇ ਰਿਗਾਰਡਿੰਗ ਮੈਨੂੰ ਟੈਲੀਗ੍ਰਾਮ ਦੇ ਵਿੱਚ ਮੈਸੇਜ ਕਰ ਸਕਦੇ ਹੋ। ਆਈ ਹੋਪ ਅੱਜ ਦੀ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ, ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਆਪਣੇ ਫਰੈਂਡਸ ਦੇ ਨਾਲ, ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫॉर ਅਪਕਮਿੰਗ ਇੰਟਰਸਟਿੰਗ ਵੀਡੀਓਜ਼।